Myself Sarita, biology lecturer, Government Girls Senior Secondary School, Chandigarh. Today we will discuss mutations and genetic code. So first of all, what is mutation? Mutation is the change in the basis of the DNA or RNA. Mutations ਇੱਕ change ਹੈ ਜਿਹੜੀ ਕਿ DNA ਜਾਂ RNA ਦੇ ਵਿੱਚ ਉਹਨਾਂ ਦੀ basis ਵਿੱਚ ਹੁੰਦੀ ਹੈ. So that is known as mutations. Genetic code ਕੀ ਹੈ? A combination of bases that we have studied in the previous lecture. So genes and DNA's relationship can be understood by mutations. So DNA ਦੇ ਵਿੱਚ 4 ਤਰ੍ਹਾਂ ਦੀਆਂ bases ਹੈ A, T, G, C ਔਰ ਇਹ ਜਿਹੜੀਆਂ ਕੋਡ ਕਰਦੀਆਂ for the genes. So 3 ਜਿਹੜੀਆਂ ਇਹਦੇ ਵਿੱਚ base pairs ਹੈ they are coding for one codon ਔਰ ਜਿਸ ਤੋਂ ਅੱਗੇ ਜਿਹੜੀ ਹੈ protein formation ਹੁੰਦੀ ਹੈ. So genes are formed from bases and there can be अगर mutations हो ਜਾਂਦੀਆਂ genes ਦੇ ਵਿੱਚ like deletion ਜਾਂ addition. deletion ਦਾ ਮਤਲਬ ਹੈ ਕਿ ਜੇ ਇਹਦੇ ਵਿੱਚ ਕੋਈ loss ਹੋ ਗਿਆ, addition ਦਾ ਮਤਲਬ ਹੈ ਕਿ ਕੋਈ genes ਦੇ ਵਿੱਚ gain ਹੋ ਗਿਆ, then there will be change in the proteins. So ਉਹਨਾਂ ਦੇ functions ਵੀ change ਹੋ ਜਾਏਗਾ. So we will study point mutations ਕੀ ਹੈ. point mutations means ਕਿ single point ਤੇ ਕੋਈ change ਆਉਂਦੀ ਹੈ. change in the single base pair of the genes is called point mutation. ਜਿਸ ਤਰ੍ਹਾਂ A ਤੇ T ਹੈ ਜਾਂ ਇਹਨਾਂ ਦੇ ਵਿੱਚ ਕੋਈ ਵੀ change ਆ ਜਾਂਦੀ ਹੈ ਤਾਂ ਉਹਨੂੰ ਅਸੀਂ ਕਹਾਂਗੇ single base pair change. for example ਹੈ ਕਿ sickle cell anemia ਹੈ. there is change of single base pair in the gene for ਸਿੰਗਲ ਬੇਸ ਪੇਅਰ ਦੇ ਵਿੱਚ ਚੇਂਜ ਆ ਜਾਂਦੀ ਹੈ ਇਨ ਦਾ ਜੀਨ ਫॉर ਬੀਟਾ ਗਲੋਬਿਨ ਚੇਨ ਦੇ ਵਿੱਚ ਦੈਟ ਰਿਜ਼ਲਟਸ ਇਨ ਦਾ ਚੇਂਜ ਆਫ ਦੀ ਅਮਾਈਨੋ ਐਸਿਡਸ. ਅਤੇ ਜਿਹੜੀ ਉਹਦੇ ਵਿੱਚ ਗਲੂਟਾਮੇਟ ਐਸਿਡ ਜਾਂ ਗਲੂਟਾਮਿਕ ਐਸਿਡ ਬਣਨੀ ਸੀ ਉਹਦੀ ਜਗ੍ਹਾ 'ਤੇ ਵੈਲਾਈਨ ਬਣ ਜਾਂਦੀ ਹੈ ਜਿਹਦੇ ਕਾਰਨ ਇੱਕ ਬੇਸ ਚੇਂਜ ਹੋਣ ਕਾਰਨ ਇਹ ਜਿਹੜੀ ਐਸਿਡ ਦੀ ਫੋਰਮੇਸ਼ਨ ਹੈ ਉਹ ਬਦਲ ਜਾਂਦੀ ਹੈ. ਇਟ ਰਿਜ਼ਲਟਸ ਇਨ ਡਿਜ਼ੀਜ਼ ਸਿਕਲ ਸੈੱਲ ਅਨੀਮੀਆ. ਸੋ ਇਹਦੇ ਵਿੱਚ ਬਦਲਾਵ ਆ ਜਾਂਦਾ ਹੈ ਔਰ RBCs ਦੇ ਵਿੱਚ ਔਰ ਉਹਨਾਂ ਦਾ ਸ਼ੇਪ ਜਿਹੜਾ ਸਿਕਲ ਸ਼ੇਪ ਦਾ ਹੋ ਜਾਂਦਾ. ਸੋ ਵਟ ਇਜ਼ ਦਾ ਮੇਨ ਫੰਕਸ਼ਨ ਆਫ ਦੀ RBC ਇਜ਼ ਟੂ ਕੈਰੀ ਆਕਸੀਜਨ. ਅਗਰ ਉਹ ਸਿਕਲ ਸ਼ੇਪ ਦੇ ਹੋ ਜਾਂਦੇ ਆ ਤਾਂ ਜਿਹੜੀ ਉਹਨਾਂ ਦੀ ਆਕਸੀਜਨ ਕੈਰਿੰਗ ਕੈਪੈਸਿਟੀ ਹੈ ਉਹ ਰਿਡਿਊਸ ਹੋ ਜਾਂਦੀ. ਅਤੇ RBCs ਦੇ ਆਰ ਹੈਵਿੰਗ ਹੀਮੋਗਲੋਬਿਨ ਜੀਨ ਔਰ ਹੀਮੋਗਲੋਬਿਨ ਜੀਨ ਹੈ ਜਿਹੜੀ that forms beta globin chain ਬਣਾਉਣੀ ਹੁੰਦੀ ਹੈ ਉਹਨੇ ਔਰ that forms a particular type of that is a particular type of protein. so in case of a normal ਦੇ ਵਿੱਚ ਕੀ ਹੈ ਕਿ GAG ਅਤੇ ਇਹਦੀ base pairing ਹੈ CTC. so this is a part of a DNA ਔਰ ਜਿਹੜਾ ਇਹਨਾਂ ਤੋਂ messenger RNA ਬਣਦਾ that is GAG. ਇਹਦੇ ਵਿੱਚ ਇਹ ਕੋਡੋਨ ਹੈ ਦੈਟ ਇਜ਼ ਕੋਡਿੰਗ ਫॉर ਗਲੂਟਾਮਿਕ ਐਸਿਡ. ਅਗਰ ਇਹਦੇ ਵਿੱਚ ਮਿਊਟੇਸ਼ਨ ਚੇਂਜ ਸਿੰਗਲ ਪੁਆਇੰਟ ਮਿਊਟੇਸ਼ਨ ਚੇਂਜ ਹੋ ਜਾਂਦੀ ਹੈ AT ਦੀ ਜਗ੍ਹਾ 'ਤੇ TA ਮੀਨਸ ਕਿ G ਬਣ ਗਿਆ ਔਰ ਦੂਜੀ ਸਾਈਡ ਹੋ ਗਿਆ ਇਹਦੇ ਨਾਲ ਬੇਸ ਪੇਅਰਿੰਗ ਹੋ ਗਈ CAC. ਅਤੇ ਹੁਣ ਜਿਹੜੀ ਇਹਦੀ ਕੋਡੋਨ ਹੈ ਦੈਟ ਹੈਜ਼ ਬੀਨ ਚੇਂਜਡ. ਸੋ ਮੈਸੇਂਜਰ RNA ਦੇ ਵਿੱਚ ਜਿਹੜੀ ਕੋਡੋਨ ਹੈ ਦੈਟ ਇਜ਼ GTC ਔਰ ਇਹ ਕੋਡ ਕਰ ਰਹੀ ਹੈ ਵੈਲੀਨ ਕਰਕੇ ਵੈਲਾਈਨ ਜਾਂ ਵੈਲੀਨ. ਸੋ ਦੈਟ ਫੋਰਮਸ RBC ਵਿਚ ਆਰ ਇਨ ਦੀ ਫੋਰਮ ਆਫ ਸਿਕਲ ਸ਼ੇਪਡ ਔਰ ਦੇ ਆਰ ਡਿਜ਼ੀਜ਼ਡ ਹੈ ਔਰ ਇਹਨਾਂ ਦੇ ਵਿੱਚ ਆਕਸੀਜਨ ਕੈਰਿੰਗ ਕੈਪੈਸਿਟੀ ਘੱਟ ਜਾਂਦੀ ਹੈ. ਨਾਓ ਇੱਕ ਆਪਾਂ ਸਟੇਟਮੈਂਟ ਲੈ ਰਹੇ ਹਾਂ. ਦਿਸ ਇਜ਼ ਦ ਸਟੇਟਮੈਂਟ ਦੈਟ ਰਾਮ ਹੈਜ਼ ਰੈਡ ਕੈਪ. ਸੋ 3 ਵਰਡਸ ਜਿਸ ਤਰ੍ਹਾਂ ਹੈ ਇਸੇ ਤਰ੍ਹਾਂ ਕੋਡੋਨਸ ਵੀ ਕੋਡ ਕਰਦੇ ਹੈ 3 ਬੇਸਿਸ ਇੱਕ ਕੋਡੋਨ ਨੂੰ ਰਿਪਰੈਜ਼ੈਂਟ ਕਰਦੀ ਹੈ. ਸੋ ਇਨ ਕੇਸ ਅਗਰ ਇਹਦੇ ਵਿੱਚ ਇੱਕ ਲੈਟਰ B ਇੰਟਰੋਡਿਊਸ ਹੋ ਜਾਂਦਾ ਹੈ ਸੋ ਇਹਦੀ ਸਾਰੀ ਜਿਹੜੀ ਵਰਡਸ ਚੇਂਜ ਹੋਣਗੇ. ਰਾਮ ਹੈਜ਼ BRE B ਇੰਟਰੋਡਿਊਸ ਹੋ ਗਿਆ DCA ਅਤੇ P ਜਿਹੜਾ ਅਲੱਗ ਹੋ ਜਾਏਗਾ. ਸੋ ਇਹ ਰਿਪਰੈਜ਼ੈਂਟੇਸ਼ਨ ਹੈ ਜਿਹੜਾ ਕਿ ਸ਼ੋ ਕਰ ਰਿਹਾ ਹੈ ਕਿ ਇਸ ਤਰ੍ਹਾਂ ਜਿਹੜੀ ਹੈ ਕੋਡੋਨਸ ਚੇਂਜ ਹੋ ਜਾਂਦੀਆਂ. ਸੋ ਅਗਰ 2 ਲੈਟਰਸ ਇਹਦੇ 'ਚ ਇੰਟਰੋਡਿਊਸ ਕੀਤੇ ਜਾਣ ਅਤੇ ਫਸਟ ਹੋ ਗਿਆ RAM HAS ਹੈਸ ਅਤੇ ਅਗਲਾ ਆ ਗਿਆ BI ਇੰਟਰੋਡਿਊਸ ਹੋ ਗਿਆ ਅਤੇ ਫਿਰ ਇਸ ਤੋਂ ਬਾਅਦ ਹੋ ਗਿਆ ਜਿਹੜਾ BIR EDC ਅਤੇ ਅਗਲੇ ਲਾਸਟ 2 ਹੋ ਗਏ AP. ਸੋ ਅਗਰ 3 ਲੈਟਰਸ ਇੰਟਰੋਡਿਊਸ ਹੋ ਜਾਂਦੇ ਆ ਦੈਨ ਇਟ ਵਿਲ ਬੀ ਰਾਮ
हैज़ बिग रेड कैप। सो ਇਹਦੇ 'ਚ ਇਹ ਜਿਹੜਾ ਬਿਗ ਇਹ ਅਗਲਾ ਇੱਕ ਕੋਡੋਨ ਹੋ ਜਾਏਗਾ। ਇਸੇ ਤਰ੍ਹਾਂ ਕੋਡੋਨਸ ਕੰਮ ਕਰਦੇ ਆ ਕਿ ਅਗਰ ਉਹਨਾਂ ਦੇ ਵਿੱਚ ਇੱਕ ਬੇਸ ਪੇਅਰ ਚੇਂਜ ਹੋ ਜਾਂਦਾ ਹੈ ਤੇ ਉਹ ਜਿਹੜਾ ਕੋਡੋਨਸ ਦੀ ਕੋਡਿੰਗ ਕਪੈਸਿਟੀ ਹੈ ਦੈਟ ਵਿਲ ਚੇਂਜ। ਸੋ ਇਸ ਤੋਂ ਕੀ ਕਨਕਲੂਜਨ ਹੁੰਦਾ ਹੈ ਕਿ ਫਰੋਮ ਦੀ ਅਬਵ ਐਕਸਰਸਾਈਜ਼ ਜਾਂ ਇੰਸਰਸ਼ਨ ਹੋ ਗਈ ਜਾਂ ਡਿਲੀਸ਼ਨ ਹੋ ਗਈ, ਇੰਸਰਸ਼ਨ ਮੀਨਸ ਐਡੀਸ਼ਨ ਹੋ ਗਈ ਜਾਂ ਡਿਲੀਸ਼ਨ ਹੋ ਗਈ, one or two base pair changes the reading framework from the point of insertion or deletion। ਜਿਹੜਾ ਰੀਡਿੰਗ ਫਰੇਮਵਰਕ ਹੈ ਉਹ ਸਾਰਾ ਚੇਂਜ ਹੋ ਜਾਂਦਾ। such mutations are referred to as frame shift mutations ਕਹਿ ਸਕਦੇ ਹੋ। ਇੰਸਰਸ਼ਨਸ ਹੋ ਗਈ ਜਾਂ ਐਡੀਸ਼ਨ ਹੋ ਗਿਆ ਜਾਂ ਡਿਲੀਸ਼ਨ ਮਿਊਟੇਸ਼ਨਸ ਕਿਹਾ ਜਾਂਦਾ। ਸੋ ਅਗਰ ਇੰਸਰਸ਼ਨ ਮੀਨਸ ਐਡੀਸ਼ਨ ਹੋ ਗਈ ਜਾਂ ਡਿਲੀਸ਼ਨ ਹੋ ਗਈ ਤਿੰਨ ऑफ 3 और मोर मल्टीपल्स बेसिस, अगर 3 ਜਾਂ 3 ਦੇ ਮਲਟੀਪਲਸ ਹੈ ਜਿਸ ਤਰ੍ਹਾਂ ਕਿ 6 ਵਿੱਚ ਬੇਸਿਸ ਆ ਗਈਆਂ ਜਾਂ ਫਿਰ 6 ਦੀ ਜਗ੍ਹਾ 'ਤੇ 9 ਬੇਸਿਸ ਆ ਗਈਆਂ। ਸੋ ਦਿਸ ਵਿਲ ਰਿਜ਼ਲਟ ਇਨ ਮਲਟੀਪਲ ਕੋਡੋਨਸ ਹੈਵ 1 or more ਮਲਟੀਪਲ ਅਮਾਈਨੋ ਐਸਿਡਸ। ਫਿਰ ਜਿਹੜੀ ਹੈ ਇਹਦੇ ਵਿੱਚ ਰੀਡਿੰਗ ਫਰੋਮ ਰਿਮੇਨਸ ਅਨਅਲਟਰਡ ਫਰੋਮ ਦੈਟ ਪੁਆਇੰਟ ਔਨਵਰਡਸ, ਕਿਉਂਕਿ 3 ਹੈ ਫਿਰ ਉਹ ਇੱਕ ਬੇਸ ਨੂੰ ਕੋਡ ਕਰ ਰਹੀ ਹੈ ਤੇ ਇਸ ਕਰਕੇ ਜੇ 3 ਦੇ ਮਲਟੀਪਲਸ ਕੋਈ ਵੀ ਐਡ ਹੁੰਦੇ ਆ ਤਾਂ ਉਹਨਾਂ ਦੇ ਵਿੱਚ ਕੋਈ ਚੇਂਜਿਸ ਨਹੀਂ ਆਉਂਦੀਆਂ। ਸਪੋਜ਼ ਕਿ ਜਿਸ ਤਰ੍ਹਾਂ ਅਸੀਂ ਪਹਿਲਾਂ ਐਗਜ਼ਾਮਪਲ ਲਈ ਹੈ ਰਾਮ ਹੈਜ਼ BIG 3 ਇਹਦੇ ਵਿੱਚ ਇੰਟਰੋਡਿਊਸ ਹੋ ਗਈਆਂ ਰੈੱਡ ਕੈਪ, ਤਾਂ ਇਹ ਵੀ ਕੋਡ ਕਰੇਗੀ, ਆ ਵੀ ਬਿਗ ਰੈੱਡ ਐਂਡ ਕੈਪ। ਇਹ ਸਾਰੀਆਂ ਇੱਕ 3 ਜਿਹੜੀਆਂ ਬੇਸਿਸ ਆ ਦੇ ਆਰ ਕੋਡਿੰਗ ਫॉर 1 ਕੋਡੋਨ, ਇਸ ਲਈ ਤੇ ਇਹਨਾਂ ਦੇ ਵਿੱਚ ਕੋਈ ਚੇਂਜਿਸ ਨਹੀਂ ਆਉਂਦੀਆਂ। ਅਗਰ 3 ਜਾਂ 3 ਮਲਟੀਪਲਸ ਆਫ 3 ਕੋਈ ਵੀ ਇਹਨਾਂ ਦੇ ਵਿੱਚ ਬੇਸ ਪੇਅਰਸ ਐਡ ਹੁੰਦੇ ਆ। ਸੋ ਦਿਸ ਕੰਪਲੀਟਸ ਮਿਊਟੇਸ਼ਨਸ ਐਂਡ ਜੈਨੇਟਿਕ ਕੋਡ, ਰਿਲੇਸ਼ਨਸ਼ਿਪ ਬਿਟਵੀਨ ਮਿਊਟੇਸ਼ਨਸ ਐਂਡ ਜੈਨੇਟਿਕ ਕੋਡ।